कुछ दिन पहला पट्टी विखे कतल किए गए अमनदीप सिंह उर्फ फौजी ते प्रदीप सिंह उर्फ पूरन दे कतल केस विच थाना सिटी पट्टी दी पुलिस ने मलकीत सिंह उर्फ लड्डू मीत प्रधान ट्रक यूनियन पट्टी नूं काबू किया है, जिस नूं अज मानयोग पट्टी दी अदालत विच पेश करके 4 दिन का पुलिस रिमांड हासिल किया है। तरनतारन तो सरबजीत सिंह दी रिपोर्ट, लाइव भारत। 302 34 ਆਰਮਸ ਐਕਟ ਆਈਪੀਸੀ ਦੇ ਵਿੱਚ ਤੇ ਮੁਕੱਦਮੇ ਦੀ ਤੇ ਦੇ ਕੇਸ ਦੀ ਗੰਭੀਰਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦੇ ਵਿੱਚ ਇਮੀਡੀਏਟਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ। ਗੁਰਬਾਜ ਸਿੰਘ ਐਸਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਹੈਗੇ, ਉਹਦੀ ਨਿਗਰਾਨੀ ਦੇ ਹੇਠ ਡੀਐਸਪੀ ਇਨਵੈਸਟੀਗੇਸ਼ਨ ਕਵਲਜੀਤ ਸਿੰਘ ਤੇ ਇੰਚਾਰਜ ਸੀਆਈਏ ਪੱਟੀ ਬਲਵਿੰਦਰ ਸਿੰਘ। ਇਹਦੇ ਵਿੱਚ ਜੋ ਇਨਸੀਡੈਂਟਸ ਹੋਇਆ ਸੀ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ, ਕਿਉਂਕਿ ਕੋਈ ਕਲੂ ਸੀਗਾ ਨਹੀਂ, ਅਸੀਂ ਟੈਕਨੀਕਲ ਐਵੀਡੈਂਸਿਸ ਦੇ ਉੱਪਰ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਸੀ। ਅਸੀਂ 6 ਵੱਖਰੀ ਟੀਮਾਂ ਬਣਾ ਕੇ ਟੈਕਨੀਕਲ ਐਵੀਡੈਂਸਿਸ ਦੇ ਉੱਪਰ ਜ਼ੋਰ ਦਿੱਤਾ ਸੀਗਾ। ਤੇ ਸਭ ਤੋਂ ਪਹਿਲਾਂ ਅਸੀਂ ਸੀਸੀਟੀਵੀ ਫੁਟੇਜ ਜਿੱਥੇ ਗੱਡੀ ਵਾਰਦਾਤ ਕਰਨ ਤੋਂ ਬਾਅਦ ਵੱਜੀ ਸੀ ਉਹ ਤੇ ਕਿਵੇਂ ਆਈ ਸੀ ਉਹਦੇ ਉੱਪਰ ਜ਼ੋਰ ਦੇ ਕੇ ਉਹ ਬੜੀ ਅਹਿਮ ਸੀਸੀਟੀਵੀ ਜੋ ਫੁਟੇਜ ਸੀਗੇ ਉਹ ਕਲੈਕਟ ਕੀਤੇ ਸੀ। ਤੇ ਇਹਦੇ ਵਿੱਚ ਇੱਕ ਬੜੀ ਅਹਿਮ ਗੱਲ ਸਾਨੂੰ ਪਤਾ ਲੱਗੀ ਸੀ ਕਿ ਇਹਦੀ ਰੇਕੀ ਵੀ ਹੋਈ ਸੀ 20 ਮਈ ਨੂੰ, ਉਹਦੀ ਵੀ ਸਾਡੇ ਕੋਲ ਸੀਸੀਟੀਵੀ ਫੁਟੇਜ ਸੀ। ਤੇ ਉਹ ਬੰਦਿਆਂ ਨੂੰ ਅਸੀਂ ਆਈਡੈਂਟੀਫਾਈ ਸਾਡੇ ਜਿੰਨੇ ਵੀ ਸੋਰਸਿਸ ਸੀ ਉਹਨਾਂ ਦੇ ਥਰੂ ਕਰਾਇਆ ਸੀ, ਜਿਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਇੱਕ ਲਖਵੀਰ ਸਿੰਘ ਅਲਿਆਸ ਮਲਕੀਤ ਸਿੰਘ ਅਲਿਆਸ ਲੱਡੂ ਹੈ ਪੱਟੀ ਦਾ ਰਹਿਣ ਵਾਲਾ, ਉਹਨੇ ਇਹ ਰੇਕੀ ਕਰਾਈ ਸੀ, ਇਹ ਸਾਡੇ ਸੋਰਸਿਸ ਨੇ ਦੱਸਿਆ ਸੀ। ਜਦੋਂ ਉਹਨੂੰ ਲਾ ਕੇ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਸਾਰੇ ਕੇਸ ਬਾਰੇ ਸਾਨੂੰ ਪੂਰੀ ਜਾਣਕਾਰੀ ਮਿਲੀ। ਇਹਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਜੋ ਲੱਡੂ ਹੈ, ਲੱਡੂ ਨੂੰ ਇੱਕ ਲਖਵੀਰ ਸਿੰਘ ਅਲਿਆਸ ਲੰਡਾ ਹੈਗਾ ਹਰੀਕੇ ਦਾ ਰਹਿਣ ਵਾਲਾ, ਜਿਹਦੇ ਖਿਲਾਫ 12 ਤੋਂ ਜ਼ਿਆਦਾ ਕੇਸਿਸ ਦਰਜ ਨੇ ਤੇ ਹੁਣ ਉਹ ਕੈਨੇਡਾ ਬੈਠਾ ਹੈਗਾ। ਉਹਨੇ ਆਪਣੀ ਆਪਸੀ ਰੰਜਿਸ਼ ਵਾਸਤੇ ਅਮਨਦੀਪ ਸਿੰਘ ਅਲਿਆਸ ਫੌਜੀ ਨੂੰ ਮਾਰਤਾ ਸੀ। ਰੰਜਿਸ਼ ਦਾ ਰੀਜ਼ਨ ਇਹ ਸੀਗਾ ਕਿ ਇਹਨਾਂ ਨੇ ਕਿਸੇ ਤੋਂ ਫਿਰੌਤੀ ਮੰਗੀ ਸੀ। ਜੇ ਅਮਨਦੀਪ ਫੌਜੀ ਦਾ ਬੜਾ ਨੋਨ ਬੰਦਾ ਸੀਗਾ ਤੇ ਅਮਨਦੀਪ ਫੌਜੀ ਨੇ ਆਪਣੇ ਐਸੋਸੀਏਟ ਨਾਲ ਇਹਨੂੰ ਫੋਨ ਦੇ ਉੱਪਰ ਉਹ ਬੰਦੇ ਤੋਂ ਪੈਸੇ ਨਾ ਮੰਗਣ ਲਈ ਕਾਲ ਕੀਤੀ ਸੀ, ਉਹਨੂੰ ਸਮਝਾਇਆ ਵੀ ਸੀਗਾ ਤੇ ਉਹਦੇ ਵਿੱਚ ਇਹ ਦੋਵਾਂ ਦੀ ਬਹਿਸਾ ਬਹਿਸੀ ਹੋਈ ਸੀ, ਜਿਹਦਾ ਗੁੱਸਾ ਕੱਢਣ ਵਾਸਤੇ ਅਮਨਦੀਪ ਫੌਜੀ ਨੇ ਲਖਵੀਰ ਲੰਡੇ ਦੇ ਘਰ ਅਨਨੋਨ ਬੰਦਿਆਂ ਤੋਂ ਫਾਇਰਿੰਗ ਕਰਾਈ ਸੀ। ਜਦੋਂ ਲਖਵੀਰ ਲੰਡੇ ਨੇ ਇਸ ਦੇ ਬਾਰੇ ਪਤਾ ਕਰਾਇਆ ਤਾਂ ਉਹਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜੋ ਫਾਇਰਿੰਗ ਹੈਗੀ ਇਹ ਅਮਨਦੀਪ ਫੌਜੀ ਨੇ ਕਰਾਈ ਸੀ, ਤਾਂ ਕਰਕੇ ਉਹਨੇ ਰੰਜਿਸ਼ ਰੱਖੀ ਸੀ ਕਿ ਇਹ ਬੰਦੇ ਨੂੰ ਅਸੀਂ ਮਾਰ ਦੇਣਾ ਹੈ। ਇਹਨੂੰ ਕਿਉਂਕਿ ਇਹ ਬਾਹਰ ਬੈਠਾ ਹੋਇਆ ਸੀਗਾ ਤਾਂ ਆਈਡੀਆ ਨਹੀਂ ਸੀਗਾ ਕਿ ਕਿਵੇਂ ਕੰਮ ਕਰਦਾ ਹੈਗਾ, ਲੰਡੇ ਨੂੰ ਨਹੀਂ ਆਈਡੀਆ ਸੀਗਾ, ਤਾਂ ਕਰਕੇ ਉਹਨੇ ਲੱਡੂ ਦਾ ਕੰਟੈਕਟ ਕੀਤਾ ਜੋ ਕਿ ਪੱਟੀ ਦਾ ਹੀ ਰਹਿਣ ਵਾਲਾ ਹੈ ਕਿ ਇਹ ਬੰਦੇ ਦੀ ਐਕਟੀਵਿਟੀਜ਼ ਕੀ ਹੈ, ਕਿੱਥੇ ਜਾਂਦਾ ਹੈ, ਕਿੱਥੇ ਰਹਿੰਦਾ ਹੈ ਤੇ ਕੀ ਕੰਮ ਕਰਦਾ ਹੈ। ਲੱਡੂ ਨੇ ਆਪਣੇ 2 ਹੋਰ ਲੜਕੇ ਨਾਲ ਮਿਲ ਕੇ ਇਹਦੀ ਘਰ ਦੀ ਜਿੱਥੇ ਦਰਗਾਹ ਜਾਂਦਾ ਸੀਗਾ ਉੱਥੇ ਦੀ ਔਰ ਇਹਦੀ ਐਕਟੀਵਿਟੀਜ਼ ਦੀ ਪ੍ਰੋਪਰ ਰੇਕੀ ਕਰਕੇ ਇਹਨੇ ਲੰਡੇ ਨੂੰ ਕਿਹਾ ਤੇ ਲੰਡੇ ਨੇ ਆਪਣੇ ਜੇਲ੍ਹ ਦੇ ਜੋ ਕੰਟੈਕਟ ਸੀਗੇ ਉਹਨਾਂ ਦੇ ਥਰੂ ਪ੍ਰੀਤ ਸੇਖੋ, ਜਿਹਨੇ ਉਸੇ ਦਿਨ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਪਰ ਇਸ ਕੇਸ ਦੀ ਰਿਸਪੌਂਸਿਬਿਲਿਟੀ ਵੀ ਲਈ ਸੀਗੀ, ਉਹਦਾ ਕੰਟੈਕਟ ਕੀਤਾ ਸੀ ਤੇ ਉਹਨੂੰ ਕੰਟਰੈਕਟ ਕਿਲਿੰਗ ਦੇ ਤੌਰ ਪਰ 20 ਲੱਖ ਰੁਪਏ ਦੇ ਕੇ ਇਹ ਬੰਦੇ ਨੂੰ ਮਰਵਾਉਣ ਦਾ ਡਿਸਾਈਡ ਕੀਤਾ ਸੀਗਾ। ਤੇ ਹੁਣ ਤੱਕ ਸਾਡੀ ਜੇ ਪੜਤਾਲ ਹੈਗੀ ਉਹਦੇ ਵਿੱਚ ਉਹਨੂੰ 6 ਲੱਖ ਰੁਪਏ ਇਹਨਾਂ ਨੇ ਪੇ ਵੀ ਕੀਤਾ ਸੀ, ਉਹਦੀ ਵੀ ਡਿਟੇਲ ਸਾਡੇ ਕੋਲ ਆ ਗਈ ਹੈ। ਇਸ ਕੇਸ ਦੇ ਵਿੱਚ ਅਸੀਂ ਇਹ ਸਾਰੀ ਥਿਊਰੀ ਤੋਂ ਬਾਅਦ ਲਖਵੀਰ ਲੰਡਾ ਇਹਦਾ ਜੋ ਸਭ ਤੋਂ ਕਲੋਜ਼ ਐਸੋਸੀਏਟ ਹੈ ਪਰਮਜੀਤ ਅਲਿਆਸ ਪੰਮਾ, ਉਹਨੂੰ ਅਸੀਂ ਵਿਥ ਵੈਪਨ ਡਿਟੇਨ ਕੀਤਾ ਹੈ, ਅਰੈਸਟ ਕੀਤਾ ਹੈ। ਲੱਡੂ ਨੂੰ ਅਸੀਂ ਕੱਲ੍ਹ ਅਰੈਸਟ ਕਰਕੇ ਉਹਦੀ 4 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਤੇ ਇੱਕ ਮਾਨੋ ਚੱਲਿਆ ਹੈਗਾ ਜੇ ਪ੍ਰੀਤ ਸੇਖੋ ਦਾ ਇੱਥੇ ਦਾ ਲੋਕਲ ਐਸੋਸੀਏਟ ਹੈ ਤੇ ਉਹਦੀ ਹੁਣ ਅਸੀਂ ਜ਼ਿਆਦਾ ਪੁੱਛਗਿੱਛ ਨਹੀਂ ਕਰ ਪਾਏ, ਬਟ ਉਹਦੀ ਇੰਟਰੋਗੇਸ਼ਨ 'ਚ ਸਾਨੂੰ ਇਹ ਪਤਾ ਲੱਗਿਆ ਹੈਗਾ ਜਿੰਨੀ ਕਿ ਇਹਨੇ ਜਦੋਂ ਵਾਰਦਾਤ ਕੀਤੀ ਸੀ ਉਸ ਟਾਈਮ ਇਹਨੂੰ ਅਸਿਸਟ ਕੀਤਾ ਸੀਗਾ ਪ੍ਰੀਤ ਸੇਖੋ ਨੂੰ ਇੱਥੇ ਇਹ ਮਰਡਰ ਕਰਨ ਲਈ। ਤੇ 3 ਬੰਦੇ ਦੀ ਅਰੈਸਟ ਕੀਤੀ ਹੈ ਤੇ 2 ਵੈਪਨ ਰਿਕਵਰ ਕੀਤੇ ਹੈ। ਬਾਕੀ ਫਰਦਰ ਪੜਤਾਲ ਇਹਦੇ ਵਿੱਚ ਜਾਰੀ ਹੈ।
ਇਹਦੇ ਵਿੱਚ ਪ੍ਰੀਤ ਸੇਖੋ ਨੇ ਗੋਲੀਆਂ ਮਾਰੀਆਂ ਸੀਗੀਆਂ ਜਦੋਂ ਫੌਜੀ ਨੂੰ ਤੇ ਉਹਦੇ ਨਾਲ ਜੇ ਪ੍ਰਭ ਸਿੰਘ ਉਹਨੂੰ ਸੀਗਾ, ਉਹਨਾਂ ਨੂੰ ਗੋਲੀ ਇਹਨੇ ਪ੍ਰੀਤ ਸੇਖੋ ਨੇ ਮਾਰੀ ਸੀ। ਸਰ ਹਮਲਾ ਕਰਨ ਵਾਲੇ ਕਿੰਨੇ ਸੀਗੇ? ਸਾਡੇ ਮੁਤਾਬਿਕ 3 ਬੰਦੇ ਸੀਗੇ। ਬਾਕੀ ਜੇ ਫੁਟੇਜਸ ਅਸੀਂ ਕਵਰ ਕੀਤੇ ਉਹਦੇ ਵਿੱਚ ਇੰਨਾ ਕਲੀਅਰ ਕੱਟ ਨਹੀਂ ਆਇਆ, ਬਟ ਸਾਡੇ ਹਿਸਾਬ ਨਾਲ 3 ਬੰਦੇ ਹੈਗੇ। ਸਰ ਜਿਹੜੀ ਇਹਨਾਂ ਰੈਕੀ ਕੀਤੀ ਉਹਦੇ ਵਿੱਚ ਕੌਣ ਕੌਣ ਕੋਈ ਹੋਇਆ ਉਹਦੇ ਵਿੱਚ? ਉਹਦੇ ਵਿੱਚ ਮੈਂ ਪਹਿਲੇ ਹੀ ਕਹਿਤਾ ਜੇ ਲੱਡੂ ਹੈਗਾ, ਲੱਡੂ ਵਾਸ ਦ ਮੇਨ, ਇਹਦੇ ਨਾਲ 2 ਐਸੋਸੀਏਟਸ ਇਹਦੇ ਹੋਰ ਸੀਗੇ ਜਿਨ੍ਹਾਂ ਨੇ ਮਿਲ ਕੇ ਰੇਕੀ ਕੀਤੀ ਸੀ। ਸਰ ਇਹ ਮੰਨਿਆ ਜਾ ਰਿਹਾ ਕਿ ਇਹਨਾਂ ਦੀ ਆਪਸੀ ਕੋਈ, ਜਿਸ ਤਰ੍ਹਾਂ ਉਹਨਾਂ ਨੇ ਲਾਸ਼ਾਂ ਰੱਖ ਕੇ ਲਾਇਆ ਸੀ ਕਾਂਗਰਸੀਆਂ ਅਕਾਲੀਆਂ ਦਾ, ਕੋਈ ਪੋਲੀਟੀਕਲ ਵੀ ਇਹਨਾਂ ਦਾ ਆਪਸੀ ਕੋਈ ਰੰਜਿਸ਼ ਹੈਗੀ? ਪੋਲੀਟੀਕਲ ਹੁਣ ਤੱਕ ਇਹਦੇ ਵਿੱਚ ਕੋਈ ਗੱਲ ਨਹੀਂ ਆਈ। ਜੋ ਲੱਡੂ ਹੈਗਾ ਉਹ ਟਰੱਕ ਯੂਨੀਅਨ ਦਾ ਪ੍ਰਧਾਨ ਹੈਗਾ ਪੱਟੀ ਦਾ। ਬਾਕੀ ਬਟ ਇਹ ਲੱਡੂ ਦਾ ਤੇ ਅਮਨ ਫੌਜੀ ਦੀ ਵੀ ਪਰਸਨਲ ਰੰਜਿਸ਼ ਹੈਗੀ, ਕਿਉਂਕਿ ਇਹ ਦੋਵੇਂ ਜੇ ਸਪੈਸ਼ਲ ਟ੍ਰੇਨਸ ਲੱਗਦੀ ਹੈ ਉਹਦੇ ਲੈ ਕੇ ਤੇ ਟਰੱਕ ਯੂਨੀਅਨ ਨੂੰ ਲੈ ਕੇ ਦੋਵਾਂ ਦੇ ਵਿੱਚ ਕਈ ਵਾਰੀ ਪਿਛਲੇ ਵੀ ਝਗੜਾ ਹੋਇਆ ਹੈਗਾ ਤੇ ਲੱਡੂ ਦੀ ਇਹਦੇ ਨਾਲ ਪਰਸਨਲ ਰੰਜਿਸ਼ ਸੀਗੀ। ਪੋਲੀਟੀਕਲ ਇਹਦੇ ਵਿੱਚ ਹੁਣ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ। ਸਰ ਇਹ ਮੰਨਿਆ ਜਾ ਰਿਹਾ ਕਿ ਦੋਵੇਂ ਡਰੱਗ ਦੇ ਧੰਦੇ ਨਾਲ ਸੰਬੰਧਿਤ ਨੇ। ਅਮਨਦੀਪ ਫੌਜੀ ਹੈ, ਉਹਦੇ ਖਿਲਾਫ ਟੋਟਲ 5 ਕੇਸਿਸ ਸਾਡੇ ਕੋਲ ਰਜਿਸਟਰ ਹੈਗੇ। ਉਹਦੇ ਵਿੱਚ ਜ਼ਿਆਦਾਤਰ ਕੇਸਿਸ ਝਗੜੇ ਤੇ ਅਟੈਂਪਟ ਟੂ ਮਰਡਰ ਦੇ ਹੈ। ਬਟ ਸਾਡੇ ਕੋਲ ਵੀ ਇਹਦੇ ਬਾਰੇ ਇਨਫੋਰਮੇਸ਼ਨ ਸੀਗੀ ਕਿ ਡਰੱਗਸ ਦਾ ਕਾਰੋਬਾਰ ਕਰਦਾ ਹੈ ਤੇ ਅਸੀਂ ਉਹਦੇ ਪਿੱਛੇ ਲੱਗੇ ਹੋਏ ਵੀ ਸੀਗੇ। ਤੇ ਸਾਡੀ ਪਿਛਲੇ ਫਰਵਰੀ ਦੇ ਵਿੱਚ ਜੋ ਡਰਾਈਵ ਚੱਲੀ ਸੀਗੀ ਜਿਹਦੇ ਵਿੱਚ ਅਸੀਂ ਕਰੀਬ 104 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਡਰੱਗਸ ਦੇ ਕਾਰੋਬਾਰ ਦੇ ਵਿੱਚ ਸੰਲਿਪਤ ਸੀਗੇ। ਉਹਦੇ ਵਿੱਚ ਇੱਕ ਇਹ ਵੀ ਸੀਗਾ, ਬਟ ਉਸ ਟਾਈਮ ਤੋਂ ਭਗੌੜਾ ਸੀ। ਸਰ ਮੁੱਢਲੀ ਪੜਤਾਲ ਤੋਂ ਬਾਅਦ ਫਿਰ ਇਹ ਮੰਨ ਲਿਆ ਜਾਵੇ ਕਿ ਇਹਨਾਂ ਦੀ ਆਪਸੀ ਰੰਜਿਸ਼ ਹੈ ਬੇਸਿਕ ਜੋ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ? ਹਾਂ, ਜੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਉਹਦੇ ਵਿੱਚ ਬੜਾ ਕਲੀਅਰ ਕੱਟ ਹੈਗਾ ਕਿ ਲਖਵੀਰ ਸਿੰਘ ਅਲਿਆਸ ਲੰਡਾ ਤੇ ਮਲਕੀਤ ਲੱਡੂ ਇਹ ਦੋਵਾਂ ਦੀ ਪਰਸਨਲ ਰੰਜਿਸ਼ ਦੇ ਕਾਰਨ ਅਮਨਦੀਪ ਸਿੰਘ ਫੌਜੀ ਦਾ ਕਤਲ ਹੋਇਆ ਹੈਗਾ। ਤੇ ਹੁਣ ਅੱਗੇ ਹੋਰ ਇਹਦੇ ਵਿੱਚ ਜੇ ਸਾਡੇ ਕੋਲ ਸੁਰਾਗ ਹੈਗੇ ਉਹਦੀ ਪੜਤਾਲ ਤੋਂ ਬਾਅਦ ਅਗਰ ਕੋਈ ਹੋਰ ਚੀਜ਼ ਸਾਹਮਣੇ ਆਊਗੀ ਤਾਂ ਇਹਦੇ ਬਾਰੇ ਤੁਹਾਨੂੰ ਡੈਫੀਨਿਟਲੀ ਜਿਹੜਾ ਸਾਥੀ ਇਹਨਾਂ ਦਾ ਮਾਰਿਆ ਗਿਆ, ਉਹਨਾਂ ਦੇ ਨਾਲ ਜਿਹੜਾ ਇੱਕ ਸਾਥੀ ਸੀ ਮਾਰਿਆ ਗਿਆ, ਉਹਦੀ ਵੀ ਰੰਜਿਸ਼ ਸੀ ਸਾਹਮਣੇ ਨਿਕਲ ਕੇ ਆਇਆ ਕੋਈ ਉਹਦਾ? ਨਹੀਂ, ਜੇ ਪ੍ਰਭਦੀਪ ਜੇ ਮਾਰਿਆ ਗਿਆ ਉਹ ਜਸਟ ਬਿਕੋਜ਼ ਇਹ ਨਾਲ ਸੀਗਾ ਤਾਂ ਕਰਕੇ ਮਾਰਿਆ ਗਿਆ। ਇਹਦੇ ਨਾਲ ਇਹਦੀ ਕੋਈ ਰੰਜਿਸ਼ ਨਹੀਂ ਸੀ ਕਿ ਤੇ ਨਾ ਹੀ ਉਹਦੇ ਖਿਲਾਫ ਕੋਈ ਕੇਸ ਰਜਿਸਟਰਡ ਹੈ। ਸਰ ਜਿਹੜਾ ਤੀਸਰਾ ਇੰਜਰਡ ਬੰਦਾ ਵਾ ਉਹਦੇ ਤੋਂ ਤੁਸੀਂ ਕੋਈ ਸਟੇਟਮੈਂਟ ਵਗੈਰਾ ਉਹਦੇ ਤੋਂ ਕਲੀਅਰ ਮਿਲਿਆ ਹੋਵੇ ਪੁਲਿਸ ਨੂੰ? ਇਹਦੇ ਬਾਰੇ ਅਨਫੋਰਚੂਨੇਟਲੀ ਜੋ ਨਾਰਮਲੀ ਕੇਸ ਦੇ ਵਿੱਚ ਹੁੰਦਾ ਹੈ ਕੰਪਲੇਨੈਂਟ ਪਾਰਟੀ ਵੱਲੋਂ ਸਾਨੂੰ ਕੋਈ ਹੁਣ ਤੱਕ ਜ਼ਿਆਦਾ ਕੋਆਪਰੇਸ਼ਨ ਨਹੀਂ ਮਿਲੀ ਹੈ। ਅਸੀਂ ਇਹਨਾਂ ਤੋਂ ਅਮਨਦੀਪ ਫੌਜੀ ਦਾ ਜੇ ਮੋਬਾਈਲ ਫੋਨ ਹੈ ਉਹ ਵੀ ਮੰਗਿਆ ਸੀਗਾ, ਜੇ CRPC ਦੇ ਮੁਤਾਬਿਕ ਸਾਨੂੰ ਕਬਜ਼ੇ 'ਚ ਲੈਣਾ ਚਾਹੀਦਾ ਹੈ, ਉਹ ਵੀ ਇਹਨਾਂ ਨੇ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਲਿਖਤੀ ਤੌਰ 'ਤੇ ਇਹਦਾ ਸਮਨ ਵੀ ਇਸ਼ੂ ਕੀਤਾ ਹੈ। ਵਾਰਦਾਤ ਦੇ ਵਿੱਚ ਜੇ ਗੱਡੀ ਦੇ ਵਿੱਚ ਅਮਨਦੀਪ ਫੌਜੀ ਆਇਆ ਸੀਗਾ ਉਹ ਗੱਡੀ ਵੀ ਹੁਣ ਤੱਕ ਸਾਨੂੰ ਨਹੀਂ ਦਿੱਤੀ ਹੈ, ਵਿਚ ਇਜ਼ ਅ ਕੇਸ ਪ੍ਰੋਪਰਟੀ। ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਨੋਟ ਕਰਾਇਆ ਹੈਗਾ। ਤੇ ਸ਼ਮਸ਼ੇਰ ਸ਼ੇਰਾ ਜੇ ਹੈਗਾ ਜਿਹਨੂੰ ਇੱਥੇ ਅੰਮ੍ਰਿਤਸਰ ਹਸਪੀਟਲ ਐਡਮਿਟ ਕਰਾਇਆ ਸੀ, ਉਹ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਨਾਂ ਨੇ PGI ਰਿਫਰ ਕੀਤਾ ਹੈਗਾ। ਉੱਥੇ ਅਸੀਂ ਸਾਡੀ ਗਾਰਡ ਲਾਈ ਹੈ। ਜਦੋਂ ਉਹ ਫਿਜ਼ੀਕਲੀ ਫਿਟ ਹੋਊਗਾ ਉਹਦਾ ਸਟੇਟਮੈਂਟ ਡੈਫੀਨਿਟਲੀ ਕਲੈਕਟ ਕੀਤਾ ਜਾਏਗਾ। ਕਿਉਂਕਿ ਜਿਹੜੀ ਭੱਜਣ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਤੁਸੀਂ ਕਹਿੰਦੇ ਸੱਚ ਹਸਪੀਟਲ ਤੋਂ ਭੱਜ ਗਿਆ ਥੋੜੀ? ਨਹੀਂ, ਅਸੀਂ ਉਹਦੇ ਉੱਪਰ ਆਲਰੇਡੀ ਗਾਰਡ ਲਾਤੀ ਹੋਈ ਸੀ ਕਿਉਂਕਿ ਸ਼ਮਸ਼ੇਰ ਸ਼ੇਰਾ ਵੀ ਹੈਗਾ, ਉਹਦੇ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਉਹ ਡਰੱਗਸ ਦੇ ਕੇਸਿਸ ਦੇ ਵਿੱਚ ਇਨਵੋਲਡ ਨੇ ਤੇ ਅਸੀਂ ਆਲਰੇਡੀ ਉਹਦੇ ਉੱਪਰ ਅਸੀਂ ਸਾਡੀ ਪੁਲਿਸ ਦੀ ਗਾਰਡ ਲਾਈ ਹੋਈ ਸੀ। ਜਿੱਥੇ ਤੱਕ ਮੇਰਾ ਖਿਆਲ ਹੈ ਪੰਜਾਬ ਪੁਲਿਸ ਵੱਲੋਂ ਤੇ ਪ੍ਰਿਜ਼ਨ ਡਿਪਾਰਟਮੈਂਟ ਵੱਲੋਂ ਇਹਦੇ ਵਿੱਚ ਬੜੇ ਸਾਰੇ ਐਫਰਟਸ ਕੀਤੇ ਜਾ ਰਹੇ ਨੇ। ਬਟ ਹੁਣ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਲੇਕੂਨਾ ਹੁੰਦਾ ਹੈ, ਕਈ ਵਾਰੀ ਹਿਊਮਨ ਐਰਰ ਵੀ ਹੁੰਦਾ ਹੈ ਜਿਹਦੇ ਕਾਰਨ ਇਹ ਇਸ ਤਰ੍ਹਾਂ ਦੇ ਜੇ ਕ੍ਰਿਮੀਨਲ ਬੰਦੇ ਹੈਗਾ ਤਾਂ ਫਾਇਦਾ ਲੈ ਲੈਂਦੇ ਹੈ। ਤੇ ਇਸ ਕੇਸ ਦੇ ਵਿੱਚ ਵੀ ਉਹੀ ਚੀਜ਼ ਹੈ। ਬਟ ਡੈਫੀਨੇਟਲੀ ਇਸ ਕੇਸ ਤੋਂ ਬਾਅਦ ਜੋ ਵੀ ਚੀਜ਼ ਸਾਹਮਣੇ ਆਊਗੀ, ਜੇ ਵੀ ਲੇਕੂਨਾ ਸਾਹਮਣੇ ਆਊਗਾ ਉਹਦੇ ਬਾਰੇ ਅਸੀਂ ADGP ਪ੍ਰਿਜ਼ਨ ਸਾਹਿਬ ਨੂੰ ਡੈਫੀਨੇਟਲੀ ਲਿਖਾਂਗੇ ਤੇ ਉਹਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਸਰ ਕਰਾਂਗੇ। ਇੱਕ ਵੀ ਗੱਲ ਕਲੀਅਰ ਕਰ ਦਿਓ ਕਿ ਜੱਗੂ ਭਗਵਾਨਪੁਰੀ ਦਾ ਗੈਂਗ ਨਾਲ ਵੀ ਸੰਬੰਧ ਦੱਸਿਆ ਜਾ ਰਿਹਾ ਸੀ, ਕਾਫੀ ਦਿਨੋਂ ਸੋਸ਼ਲ ਮੀਡੀਆ ਤੇ ਚਰਚਾ ਵੀ ਹੋ ਰਹੀ ਸੀ ਕਿ ਉਹ ਉਸ ਕੇਸ ਦੇ ਵਿੱਚ ਇਨਵੋਲਵ ਆ, ਉਹਨੇ ਆਪਣੀ ਜ਼ਿੰਮੇਵਾਰੀ ਲਈ। ਸਰ ਉਹ ਕੀ ਸੀ? ਇੱਕ ਰਵੀ ਧਾਲੀਵਾਲ ਨਾਂ ਦੇ ਬੰਦੇ ਨੇ ਫੇਸਬੁੱਕ ਦੇ ਉੱਪਰ ਉਸੇ ਦਿਨ ਇਹਦੀ ਰਿਸਪੌਂਸਿਬਿਲਿਟੀ ਲਈ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਦਾ ਕੰਮ ਹੈਗਾ। ਬਟ ਹੁਣ ਤੱਕ ਇਹਦੇ ਬਾਰੇ ਕੋਈ ਸਿੱਧੀ ਗੱਲ ਸਾਹਮਣੇ ਨਹੀਂ ਆਈ। ਇੰਨਾ ਜ਼ਰੂਰ ਹੈਗਾ ਕਿ ਪ੍ਰੀਤ ਸੇਖੋ ਹੈ, ਉਹਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਕੁਝ ਲੋਕਾਂ ਨਾਲ ਸੰਬੰਧ ਜ਼ਰੂਰ ਨੇ, ਬਟ ਉਸ ਤਰ੍ਹਾਂ ਦੀ ਪ੍ਰੈਕਟੀਕਲੀ ਸਾਹਮਣੇ ਕੋਈ ਗੱਲ ਨਹੀਂ ਆਈ ਕਿ ਜੱਗੂ ਭਗਵਾਨਪੁਰੀਆ ਗੈਂਗ ਨੇ ਕੰਮ ਕੀਤਾ ਹੈ। ਬਾਕੀ ਜਦੋਂ ਇਹਦੇ ਵਿੱਚ ਹੋਰ ਪੜਤਾਲ ਹੋਊਗੀ ਉਸ ਤੋਂ ਬਾਅਦ ਜੇ ਨਈ ਚੀਜ਼ ਆਊਗੀ ਫਿਰ ਇਹਦੇ ਬਾਰੇ ਕਨਫਰਮ ਕਿਹਾ ਜਾ ਸਕਦਾ ਹੈ। ਬਿੱਟੂ ਤੇਰੇ ਕੋਲ ਸ਼ਾਟ ਚਾਹੀਦਾ, ਸਾਰੇ ਭੇਜ ਦੀ ਹੁਣ ਗੱਡੀਆਂ। ਹਲੋ ਹਰਿੰਦਰ ਭਾਜੀ।
एक मिनट सर, एक मिनट। बहुत पीछे यार। थैंक यू वेरी मच। लेंगे ना हुन कर ले मैं दे पाऊंगा अभी का ये होंडी अभी एक मिनट सारे पूरी डबेरा कर रहा डबेरा सर ਇਹਨਾਂ ਦੇ ਖਿਲਾਫ ਜਿੰਨੇ ਪਰਚੇ ਰਜਿਸਟਰਡ ਹੈ ਨਾ ਉਹਦੀ ਡਿਟੇਲ ਤੁਹਾਨੂੰ ਤੇ ਕੋਈ ਹੋਰ ਡਿਸਟ੍ਰਿਕਟ ਦੀ ਪੁਲਿਸ ਦੇ ਵਿਦਆਊਟ ਮਾਸਕ ਫੋਟੋ ਸੀ ਹੈਗਾ ਉਹ ਭੰਮੇ ਤੋਂ ਰਿਕਵਰ ਹੋਇਆ ਹੈਗਾ ਤੇ ਕਰਨੇ ਆ ਨਾ हाँ हाँ ਵਿਕਾਸ ਇੱਕ ਵੀ ਕਰ ਲਿਆ एक मिनट ਸੈੱਟ ਹੋ ਜਾਏਗਾ ਵਧੀਆ ਕਰੀ ਕਿਹੜੇ ਬੰਦੇ ਆ ਇਹ ਨਾ ਉਹ ਠੀਕ ਹੈ ਜਾਓ ਸਰ ਚਲੋ ਫੜ ਲਓ ਚਲੋ ਸੀਗੀ 302 34 ਆਰਮਸ ਐਕਟ ਆਈਪੀਸੀ ਦੇ ਵਿੱਚ ਤੇ ਮੁਕੱਦਮੇ ਦੀ ਤੇ ਦੇ ਕੇਸ ਦੀ ਗੰਭੀਰਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦੇ ਵਿੱਚ ਇਮੀਡੀਏਟਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ। ਗੁਰਬਾਜ ਸਿੰਘ ਐਸਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਹੈਗੇ, ਉਹਦੀ ਨਿਗਰਾਨੀ ਦੇ ਹੇਠ ਡੀਐਸਪੀ ਇਨਵੈਸਟੀਗੇਸ਼ਨ ਕਵਲਜੀਤ ਸਿੰਘ ਤੇ ਇੰਚਾਰਜ ਸੀਆਈਏ ਪੱਟੀ ਬਲਵਿੰਦਰ ਸਿੰਘ। ਇਹਦੇ ਵਿੱਚ ਜੋ ਇਨਸੀਡੈਂਟਸ ਹੋਇਆ ਸੀ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਕਿਉਂਕਿ ਕੋਈ ਕਲੂ ਸੀਗਾ ਨਹੀਂ, ਅਸੀਂ ਟੈਕਨੀਕਲ ਐਵੀਡੈਂਸਿਸ ਦੇ ਉੱਪਰ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਸੀ। ਅਸੀਂ 6 ਵੱਖਰੀ ਟੀਮਾਂ ਬਣਾ ਕੇ ਟੈਕਨੀਕਲ ਐਵੀਡੈਂਸਿਸ ਦੇ ਉੱਪਰ ਜ਼ੋਰ ਦਿੱਤਾ ਸੀਗਾ ਤੇ ਸਭ ਤੋਂ ਪਹਿਲਾਂ ਅਸੀਂ ਸੀਸੀਟੀਵੀ ਫੁਟੇਜ ਜਿੱਥੇ ਗੱਡੀ ਵਾਰਦਾਤ ਕਰਨ ਤੋਂ ਬਾਅਦ ਵੱਜੀ ਸੀ ਉਹ ਤੇ ਕਿਵੇਂ ਆਈ ਸੀ ਉਹਦੇ ਉੱਪਰ ਜ਼ੋਰ ਦੇ ਕੇ ਉਹ ਬੜੀ ਅਹਿਮ ਸੀਸੀਟੀਵੀ ਜੋ ਫੁਟੇਜ ਸੀਗੀ ਉਹ ਕਲੈਕਟ ਕੀਤੇ ਸੀ ਤੇ ਇਹਦੇ ਵਿੱਚ ਇੱਕ ਬੜੀ ਅਹਿਮ ਗੱਲ ਸਾਨੂੰ ਪਤਾ ਲੱਗੀ ਸੀ ਕਿ ਇਹਦੀ ਰੇਕੀ ਵੀ ਹੋਈ ਸੀ 20 ਮਈ ਨੂੰ, ਉਹਦੀ ਵੀ ਸਾਡੇ ਕੋਲ ਸੀਸੀਟੀਵੀ ਫੁਟੇਜ ਸੀ ਤੇ ਉਹ ਬੰਦਿਆਂ ਨੂੰ ਅਸੀਂ ਆਈਡੈਂਟੀਫਾਈ ਸਾਡੇ ਜਿੰਨੇ ਵੀ ਸੋਰਸਿਸ ਸੀ ਉਹਨਾਂ ਦੇ ਥਰੂ ਕਰਾਇਆ ਸੀ, ਜਿਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਇੱਕ ਲਖਵੀਰ ਸਿੰਘ ਅਲਿਆਸ ਮਲਕੀਤ ਸਿੰਘ ਅਲਿਆਸ ਲੱਡੂ ਹੈ ਪੱਟੀ ਦਾ ਰਹਿਣ ਵਾਲਾ, ਉਹਨੇ ਇਹ ਰੇਕੀ ਕਰਾਈ ਸੀ, ਇਹ ਸਾਡੇ ਸੋਰਸਿਸ ਨੇ ਦੱਸਿਆ ਸੀ। ਜਦੋਂ ਉਹਨੂੰ ਲਾ ਕੇ ਉਹਦੀ ਪੁੱਛਗਿੱਛ ਕੀਤੀ ਗਈ ਤੇ ਸਾਰੇ ਕੇਸ ਬਾਰੇ ਸਾਨੂੰ ਪੂਰੀ ਜਾਣਕਾਰੀ ਮਿਲੀ। ਇਹਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਜੋ ਲੱਡੂ ਹੈ, ਲੱਡੂ ਨੂੰ ਇੱਕ ਲਖਵੀਰ ਸਿੰਘ ਅਲਿਆਸ ਲੰਡਾ ਹੈਗਾ ਹਰੀਕੇ ਦਾ ਰਹਿਣ ਵਾਲਾ, ਜਿਹਦੇ ਖਿਲਾਫ 12 ਤੋਂ ਜ਼ਿਆਦਾ ਕੇਸਿਸ ਦਰਜ ਨੇ ਤੇ ਹੁਣ ਉਹ ਕੈਨੇਡਾ ਬੈਠਾ ਹੈਗਾ। ਉਹਨੇ ਆਪਣੀ ਆਪਸੀ ਰੰਜਿਸ਼ ਵਾਸਤੇ ਅਮਨਦੀਪ ਸਿੰਘ ਅਲਿਆਸ ਫੌਜੀ ਨੂੰ ਮਾਰਤਾ ਸੀ। ਰੰਜਿਸ਼ ਦਾ ਰੀਜ਼ਨ ਇਹ ਸੀਗਾ ਕਿ ਇਹਨਾਂ ਨੇ ਕਿਸੇ ਤੋਂ ਫਿਰੌਤੀ ਮੰਗੀ ਸੀ। ਜੇ ਅਮਨਦੀਪ ਫੌਜੀ ਦਾ ਬੜਾ ਨੋਨ ਬੰਦਾ ਸੀਗਾ ਤੇ ਅਮਨਦੀਪ ਫੌਜੀ ਨੇ ਆਪਣੇ ਐਸੋਸੀਏਟ ਨਾਲ ਇਹਨੂੰ ਫੋਨ ਦੇ ਉੱਪਰ ਉਹ ਬੰਦੇ ਤੋਂ ਪੈਸੇ ਨਾ ਮੰਗਣ ਲਈ ਕਾਲ ਕੀਤੀ ਸੀ, ਉਹਨੂੰ ਸਮਝਾਇਆ ਵੀ ਸੀਗਾ ਤੇ ਉਹਦੇ ਵਿੱਚ ਇਹ ਦੋਵਾਂ ਦੀ ਬਹਿਸਾ ਬਹਿਸੀ ਹੋਈ ਸੀ, ਜਿਹਦਾ ਗੁੱਸਾ ਕੱਢਣ ਵਾਸਤੇ ਅਮਨਦੀਪ ਫੌਜੀ ਨੇ ਲਖਵੀਰ ਲੰਡੇ ਦੇ ਘਰ ਅਨਨੋਨ ਬੰਦਿਆਂ ਤੋਂ ਫਾਇਰਿੰਗ ਕਰਾਈ ਸੀ। ਜਦੋਂ ਲਖਵੀਰ ਨੇ ਲੰਡੇ ਨੇ ਇਸ ਦੇ ਬਾਰੇ ਪਤਾ ਕਰਾਇਆ ਤਾਂ ਉਹਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜੋ ਫਾਇਰਿੰਗ ਹੈਗੀ ਇਹ ਅਮਨਦੀਪ ਫੌਜੀ ਨੇ ਕਰਾਈ ਸੀ, ਤਾਂ ਕਰਕੇ ਉਹਨੇ ਰੰਜਿਸ਼ ਰੱਖੀ ਸੀ ਕਿ ਇਹ ਬੰਦੇ ਨੂੰ ਅਸੀਂ ਮਾਰ ਦੇਣਾ ਹੈ। ਇਹਨੂੰ ਕਿਉਂਕਿ ਇਹ ਬਾਹਰ ਬੈਠਾ ਹੋਇਆ ਸੀਗਾ ਤਾਂ ਆਈਡੀਆ ਨਹੀਂ ਸੀਗਾ ਕਿ ਕਿਵੇਂ ਕੰਮ ਕਰਦਾ ਹੈਗਾ, ਲੰਡੇ ਨੂੰ ਨਹੀਂ ਆਈਡੀਆ ਸੀਗਾ, ਤਾਂ ਕਰਕੇ ਉਹਨੇ ਲੱਡੂ ਦਾ ਕੰਟੈਕਟ ਕੀਤਾ ਜੋ ਕਿ ਪੱਟੀ ਦਾ ਹੀ ਰਹਿਣ ਵਾਲਾ ਹੈ ਕਿ ਇਹ ਬੰਦੇ ਦੀ ਐਕਟੀਵਿਟੀਜ਼ ਕੀ ਹੈ, ਕਿੱਥੇ ਜਾਂਦਾ ਹੈ, ਕਿੱਥੇ ਰਹਿੰਦਾ ਹੈ ਤੇ ਕੀ ਕੰਮ ਕਰਦਾ ਹੈ। ਲੱਡੂ ਨੇ ਆਪਣੇ 2 ਹੋਰ ਲੜਕੇ ਨਾਲ ਮਿਲ ਕੇ ਇਹਦੀ ਘਰ ਦੀ ਜਿੱਥੇ ਦਰਗਾਹ ਜਾਂਦਾ ਸੀਗਾ ਉੱਥੇ ਦੀ ਔਰ ਇਹਦੀ ਐਕਟੀਵਿਟੀਜ਼ ਦੀ ਪ੍ਰੋਪਰ ਰੇਕੀ ਕਰਕੇ ਇਹਨੇ
ਲੰਡੇ ਨੂੰ ਕਿਹਾ ਤੇ ਲੰਡੇ ਨੇ ਆਪਣੇ ਜੇਲ੍ਹ ਦੇ ਜੋ ਕੰਟੈਕਟ ਸੀਗੇ ਉਹਨਾਂ ਦੇ ਥਰੂ ਪ੍ਰੀਤ ਸੇਖੋ ਜਿਹਨੇ ਉਸੇ ਦਿਨ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਪਰ ਇਸ ਕੇਸ ਦੀ ਰਿਸਪੌਂਸਿਬਿਲਿਟੀ ਵੀ ਲਈ ਸੀਗੀ, ਉਹਦਾ ਕੰਟੈਕਟ ਕੀਤਾ ਸੀ ਤੇ ਉਹਨੂੰ ਕੰਟਰੈਕਟ ਕਿਲਿੰਗ ਦੇ ਤੌਰ ਪਰ 20 ਲੱਖ ਰੁਪਏ ਦੇ ਕੇ ਇਹ ਬੰਦੇ ਨੂੰ ਮਰਵਾਉਣ ਦਾ ਡਿਸਾਈਡ ਕੀਤਾ ਸੀਗਾ। ਤੇ ਹੁਣ ਤੱਕ ਸਾਡੀ ਜੇ ਪੜਤਾਲ ਹੈਗੀ ਉਹਦੇ ਵਿੱਚ ਉਹਨੂੰ 6 ਲੱਖ ਰੁਪਏ ਇਹਨਾਂ ਨੇ ਪੇ ਵੀ ਕੀਤਾ ਸੀ, ਉਹਦੀ ਵੀ ਡਿਟੇਲ ਸਾਡੇ ਕੋਲ ਆ ਗਈ ਹੈ। ਇਸ ਕੇਸ ਦੇ ਵਿੱਚ ਅਸੀਂ ਇਹ ਸਾਰੀ ਥਿਊਰੀ ਤੋਂ ਬਾਅਦ ਲਖਵੀਰ ਲੰਡਾ ਇਹਦਾ ਜੋ ਸਭ ਤੋਂ ਕਲੋਜ਼ ਐਸੋਸੀਏਟ ਹੈ ਪਰਮਜੀਤ ਅਲਿਆਸ ਪੰਮਾ, ਉਹਨੂੰ ਅਸੀਂ ਵਿਥ ਵੈਪਨ ਡਿਟੇਨ ਕੀਤਾ ਹੈ, ਅਰੈਸਟ ਕੀਤਾ ਹੈ। ਲੱਡੂ ਨੂੰ ਅਸੀਂ ਕੱਲ੍ਹ ਅਰੈਸਟ ਕਰਕੇ ਉਹਦੀ 4 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਤੇ ਇੱਕ ਮਾਨੋ ਚੱਲਿਆ ਹੈਗਾ ਜੇ ਪ੍ਰੀਤ ਸੇਖੋ ਦਾ ਇੱਥੇ ਦਾ ਲੋਕਲ ਐਸੋਸੀਏਟ ਹੈ ਤੇ ਉਹਦੀ ਹੁਣ ਅਸੀਂ ਜ਼ਿਆਦਾ ਪੁੱਛਗਿੱਛ ਨਹੀਂ ਕਰ ਪਾਏ, ਬਟ ਉਹਦੀ ਇੰਟਰੋਗੇਸ਼ਨ 'ਚ ਸਾਨੂੰ ਇਹ ਪਤਾ ਲੱਗਿਆ ਹੈਗਾ ਜਿੰਨੀ ਕਿ ਇਹਨੇ ਜਦੋਂ ਇਹ ਵਾਰਦਾਤ ਕੀਤੀ ਸੀ ਉਸ ਟਾਈਮ ਇਹਨੂੰ ਅਸਿਸਟ ਕੀਤਾ ਸੀਗਾ ਪ੍ਰੀਤ ਸੇਖੋ ਨੂੰ ਇੱਥੇ ਇਹ ਮਰਡਰ ਕਰਨ ਲਈ। ਤੇ 3 ਬੰਦੇ ਦੀ ਅਰੈਸਟ ਕੀਤੀ ਹੈ ਤੇ 2 ਵੈਪਨ ਰਿਕਵਰ ਕੀਤੇ ਹੈ, ਬਾਕੀ ਫਰਦਰ ਪੜਤਾਲ ਇਹਦੇ ਵਿੱਚ ਜਾਰੀ ਹੈ। ਇਹਦੇ ਵਿੱਚ ਪ੍ਰੀਤ ਸੇਖੋ ਨੇ ਗੋਲੀਆਂ ਮਾਰੀਆਂ ਸੀਗੀਆਂ ਜਦੋਂ ਫੌਜੀ ਨੂੰ ਤੇ ਉਹਦੇ ਨਾਲ ਜੇ ਪ੍ਰਭ ਸਿੰਘ ਉਹਨੂੰ ਸੀਗਾ, ਉਹਨਾਂ ਨੂੰ ਗੋਲੀ ਇਹਨੇ ਪ੍ਰੀਤ ਸੇਖੋ ਨੇ ਮਾਰੀ ਸੀ। ਸਰ ਹਮਲਾ ਕਰਨ ਵਾਲੇ ਕਿੰਨੇ ਸੀਗੇ? ਸਾਡੇ ਮੁਤਾਬਿਕ 3 ਬੰਦੇ ਸੀਗੇ, ਬਾਕੀ ਜੇ ਫੁਟੇਜਸ ਅਸੀਂ ਕਵਰ ਕੀਤੇ ਉਹਦੇ ਵਿੱਚ ਇੰਨਾ ਕਲੀਅਰ ਕੱਟ ਨਹੀਂ ਆਇਆ, ਬਟ ਸਾਡੇ ਹਿਸਾਬ ਨਾਲ 3 ਬੰਦੇ ਹੈਗੇ। ਸਰ ਜਿਹੜੀ ਇਹਨਾਂ ਰੈਕੀ ਕੀਤੀ ਉਹਦੇ ਵਿੱਚ ਕੌਣ ਕੋਈ ਹੋਇਆ ਉਹਦੇ ਵਿੱਚ? ਉਹਦੇ ਵਿੱਚ ਮੈਂ ਪਹਿਲੇ ਹੀ ਕਹਿਤਾ ਜੇ ਲੱਡੂ ਹੈਗਾ, ਲੱਡੂ ਵਾਸ ਦ ਮੇਨ, ਇਹਦੇ ਨਾਲ 2 ਐਸੋਸੀਏਟਸ ਇਹਦੇ ਹੋਰ ਸੀਗੇ ਜਿਨ੍ਹਾਂ ਨੇ ਮਿਲ ਕੇ ਰੇਕੀ ਕੀਤੀ ਸੀ। ਸਰ ਇਹ ਮੰਨਿਆ ਜਾ ਰਿਹਾ ਕਿ ਇਹਨਾਂ ਦੀ ਆਪਸੀ ਕੋਈ ਜਿਸ ਤਰ੍ਹਾਂ ਉਹਨਾਂ ਨੇ ਲਾਸ਼ਾਂ ਰੱਖ ਕੇ ਲਾਇਆ ਸੀ ਕਾਂਗਰਸੀਆਂ ਅਕਾਲੀਆਂ ਦਾ, ਕੋਈ ਪੋਲੀਟੀਕਲ ਵੀ ਇਹਨਾਂ ਦਾ ਆਪਸੀ ਕੋਈ ਰੰਜਿਸ਼ ਹੈਗੀ? ਪੋਲੀਟੀਕਲ ਹੁਣ ਤੱਕ ਇਹਦੇ ਵਿੱਚ ਕੋਈ ਗੱਲ ਨਹੀਂ ਆਈ। ਜੋ ਲੱਡੂ ਹੈਗਾ ਉਹ ਟਰੱਕ ਯੂਨੀਅਨ ਦਾ ਪ੍ਰਧਾਨ ਹੈਗਾ ਪੱਟੀ ਦਾ, ਬਾਕੀ ਬਟ ਇਹ ਲੱਡੂ ਦਾ ਤੇ ਅਮਨ ਫੌਜੀ ਦੀ ਵੀ ਪਰਸਨਲ ਰੰਜਿਸ਼ ਹੈਗੀ, ਕਿਉਂਕਿ ਇਹ ਦੋਵੇਂ ਜੇ ਸਪੈਸ਼ਲ ਟ੍ਰੇਨਸ ਲੱਗਦੀ ਹੈ ਉਹਦੇ ਲੈ ਕੇ ਤੇ ਟਰੱਕ ਯੂਨੀਅਨ ਨੂੰ ਲੈ ਕੇ ਦੋਵਾਂ ਦੇ ਵਿੱਚ ਕਈ ਵਾਰੀ ਪਿਛਲੇ ਵੀ ਝਗੜਾ ਹੋਇਆ ਹੈਗਾ ਤੇ ਲੱਡੂ ਦੀ ਇਹਦੇ ਨਾਲ ਪਰਸਨਲ ਰੰਜਿਸ਼ ਸੀਗੀ। ਪੋਲੀਟੀਕਲ ਇਹਦੇ ਵਿੱਚ ਹੁਣ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ। ਸਰ ਇਹ ਮੰਨਿਆ ਜਾ ਰਿਹਾ ਕਿ ਦੋਵੇਂ ਡਰੱਗ ਦੇ ਧੰਦੇ ਨਾਲ ਸੰਬੰਧਿਤ ਨੇ। ਅਮਨਦੀਪ ਫੌਜੀ ਹੈ, ਉਹਦੇ ਖਿਲਾਫ ਟੋਟਲ 5 ਕੇਸਿਸ ਸਾਡੇ ਕੋਲ ਰਜਿਸਟਰ ਹੈਗੇ। ਉਹਦੇ ਵਿੱਚ ਜ਼ਿਆਦਾਤਰ ਕੇਸਿਸ ਝਗੜੇ ਤੇ ਅਟੈਂਪਟ ਟੂ ਮਰਡਰ ਦੇ ਹੈ, ਬਟ ਸਾਡੇ ਕੋਲ ਵੀ ਇਹਦੇ ਬਾਰੇ ਇਨਫੋਰਮੇਸ਼ਨ ਸੀਗੀ ਕਿ ਡਰੱਗਸ ਦਾ ਕਾਰੋਬਾਰ ਕਰਦਾ ਹੈ ਤੇ ਅਸੀਂ ਉਹਦੇ ਪਿੱਛੇ ਲੱਗੇ ਹੋਏ ਵੀ ਸੀਗੇ। ਤੇ ਸਾਡੀ ਪਿਛਲੇ ਫਰਵਰੀ ਦੇ ਵਿੱਚ ਜੋ ਡਰਾਈਵ ਚੱਲੀ ਸੀਗੀ ਜਿਹਦੇ ਵਿੱਚ ਅਸੀਂ ਕਰੀਬ 104 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਡਰੱਗਸ ਦੇ ਕਾਰੋਬਾਰ ਦੇ ਵਿੱਚ ਸੰਲਿਪਤ ਸੀਗੇ, ਉਹਦੇ ਵਿੱਚ ਇੱਕ ਇਹ ਵੀ ਸੀਗਾ ਬਟ ਉਸ ਟਾਈਮ ਤੋਂ ਭਗੌੜਾ ਸੀ। ਸਰ ਮੁੱਢਲੀ ਪੜਤਾਲ ਤੋਂ ਬਾਅਦ ਫਿਰ ਇਹ ਮੰਨ ਲਿਆ ਜਾਵੇ ਕਿ ਇਹਨਾਂ ਦੀ ਆਪਸੀ ਰੰਜਿਸ਼ ਬੇਸਿਕ ਜੋ ਤੁਸੀਂ ਇਨਵੈਸਟੀਗੇਸ਼ਨ ਕੀਤੀ? ਹਾਂ, ਜੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਉਹਦੇ ਵਿੱਚ ਬੜਾ ਕਲੀਅਰ ਕੱਟ ਹੈਗਾ ਕਿ ਲਖਵੀਰ ਸਿੰਘ ਅਲਿਆਸ ਲੰਡਾ ਤੇ ਮਲਕੀਤ ਲੱਡੂ ਇਹ ਦੋਵਾਂ ਦੀ ਪਰਸਨਲ ਰੰਜਿਸ਼ ਦੇ ਕਾਰਨ ਅਮਨਦੀਪ ਸਿੰਘ ਫੌਜੀ ਦਾ ਕਤਲ ਹੋਇਆ ਹੈਗਾ। ਤੇ ਹੁਣ ਅੱਗੇ ਹੋਰ ਇਹਦੇ ਵਿੱਚ ਜੇ ਸਾਡੇ ਕੋਲ ਸੁਰਾਗ ਹੈਗੇ ਉਹਦੀ ਪੜਤਾਲ ਤੋਂ ਬਾਅਦ ਅਗਰ ਕੋਈ ਹੋਰ ਚੀਜ਼ ਸਾਹਮਣੇ ਆਊਗੀ ਤਾਂ ਇਹਦੇ ਬਾਰੇ ਤੁਹਾਨੂੰ ਡੈਫੀਨਿਟਲੀ ਜਿਹੜਾ ਸਾਥੀ ਇਹਨਾਂ ਦਾ ਮਾਰਿਆ ਗਿਆ, ਉਹਨਾਂ ਦੇ ਨਾਲ ਜਿਹੜਾ ਇੱਕ ਸਾਥੀ ਸੀ ਮਾਰਿਆ ਗਿਆ, ਉਹਦੀ ਵੀ ਕੋਈ ਰੰਜਿਸ਼ ਸਾਹਮਣੇ ਨਿਕਲ ਕੇ ਆਇਆ ਕਿ ਉਹਦਾ ਨਹੀਂ। ਜੇ ਪ੍ਰਭਦੀਪ ਜੇ ਮਾਰਿਆ ਗਿਆ ਉਹ ਜਸਟ ਬਿਕੋਜ਼ ਇਹ ਨਾਲ ਸੀਗਾ ਤਾਂ ਕਰਕੇ ਮਾਰਿਆ ਗਿਆ, ਇਹਦੇ ਨਾਲ ਇਹਦੀ ਕੋਈ ਰੰਜਿਸ਼ ਨਹੀਂ ਸੀ ਕਿ ਤੇ ਨਾ ਹੀ ਉਹਦੇ ਖਿਲਾਫ ਕੋਈ ਕੇਸ ਰਜਿਸਟਰਡ ਹੈ। ਸਰ ਜਿਹੜਾ ਤੀਸਰਾ ਇੰਜਰਡ ਬੰਦਾ ਉਹਦੇ ਤੋਂ ਤੁਸੀਂ ਕੋਈ ਸਟੇਟਮੈਂਟ ਵਗੈਰਾ ਉਹਦੇ ਤੋਂ ਕਲੀਅਰ ਮਿਲਿਆ ਕੋਈ ਪੁਲਿਸ ਨੂੰ? ਇਹਦੇ ਬਾਰੇ ਅਨਫੋਰਚੂਨੇਟਲੀ ਜੋ ਨਾਰਮਲੀ ਕੇਸ ਦੇ ਵਿੱਚ ਹੁੰਦਾ ਹੈ ਕੰਪਲੇਨੈਂਟ ਪਾਰਟੀ ਵੱਲੋਂ ਸਾਨੂੰ ਕੋਈ ਹੁਣ ਤੱਕ ਜ਼ਿਆਦਾ ਕੋਆਪਰੇਸ਼ਨ ਨਹੀਂ ਮਿਲੀ ਹੈ। ਅਸੀਂ ਇਹਨਾਂ ਤੋਂ ਅਮਨਦੀਪ ਫੌਜੀ ਦਾ ਜੇ ਮੋਬਾਈਲ ਫੋਨ ਹੈ ਉਹ ਵੀ ਮੰਗਿਆ ਸੀਗਾ, ਜੇ CRPC ਦੇ ਮੁਤਾਬਿਕ ਸਾਨੂੰ ਕਬਜ਼ੇ 'ਚ ਲੈਣਾ ਚਾਹੀਦਾ ਹੈ ਉਹ ਵੀ ਇਹਨਾਂ ਨੇ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਲਿਖਤੀ ਤੌਰ 'ਤੇ ਇਹਦਾ ਸਮਨ ਵੀ ਇਸ਼ੂ ਕੀਤਾ ਹੈ। ਵਾਰਦਾਤ ਦੇ ਵਿੱਚ ਜੇ ਗੱਡੀ ਦੇ ਵਿੱਚ ਅਮਨਦੀਪ ਫੌਜੀ ਆਇਆ ਸੀਗਾ ਉਹ ਗੱਡੀ ਵੀ ਹੁਣ ਤੱਕ ਸਾਨੂੰ ਨਹੀਂ ਦਿੱਤੀ ਹੈ ਵਿਚ ਇਜ਼ ਅ ਕੇਸ ਪ੍ਰੋਪਰਟੀ, ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਨੋਟ ਕਰਾਇਆ ਹੈਗਾ। ਤੇ ਸ਼ਮਸ਼ੇਰ ਸ਼ੇਰਾ ਜੇ ਹੈਗਾ ਜਿਹਨੂੰ ਇੱਥੇ ਅੰਮ੍ਰਿਤਸਰ ਹਸਪੀਟਲ ਐਡਮਿਟ ਕਰਾਇਆ ਸੀ, ਉਹ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਨਾਂ ਨੇ PGI ਰਿਫਰ ਕੀਤਾ ਹੈਗਾ, ਉੱਥੇ ਅਸੀਂ ਸਾਡੀ ਗਾਰਡ ਲਾਈ ਹੈ। ਜਦੋਂ ਉਹ ਫਿਜ਼ੀਕਲੀ ਫਿਟ ਹੋਊਗਾ ਉਹਦਾ ਸਟੇਟਮੈਂਟ ਡੈਫੀਨਿਟਲੀ ਕਲੈਕਟ ਕੀਤਾ ਜਾਏਗਾ। ਕਿਉਂਕਿ ਜਿਹੜੀ ਭੱਜਣ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਅੰਮ੍ਰਿਤਸਰ ਹਸਪੀਟਲ ਤੋਂ ਭੱਜ ਗਿਆ ਥੋੜੀ ਦੇਰ। ਨਹੀਂ, ਅਸੀਂ ਉਹਦੇ ਉੱਪਰ ਆਲਰੇਡੀ ਗਾਰਡ ਲਾਤੀ ਹੋਈ ਸੀ ਕਿਉਂਕਿ ਸ਼ਮਸ਼ੇਰ ਸ਼ੇਰਾ ਵੀ ਹੈਗਾ, ਉਹਦੇ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਉਹ ਡਰੱਗਸ ਦੇ ਕੇਸਿਸ ਦੇ ਵਿੱਚ ਇਨਵੋਲਡ ਨੇ ਤੇ ਅਸੀਂ ਆਲਰੇਡੀ ਉਹਦੇ ਉੱਪਰ ਅਸੀਂ ਸਾਡੀ ਪੁਲਿਸ ਦੀ ਗਾਰਡ ਲਾਈ ਹੋਈ ਸੀ।
ਜਿੱਥੇ ਤੱਕ ਮੇਰਾ ਖਿਆਲ ਹੈ ਪੰਜਾਬ ਪੁਲਿਸ ਵੱਲੋਂ ਤੇ ਪ੍ਰਿਜ਼ਨ ਡਿਪਾਰਟਮੈਂਟ ਵੱਲੋਂ ਇਹਦੇ ਵਿੱਚ ਬੜੇ ਸਾਰੇ ਐਫਰਟਸ ਕੀਤੇ ਜਾ ਰਹੇ ਨੇ ਬਟ ਹੁਣ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਲੇਕੂਨਾ ਹੁੰਦਾ ਹੈ ਕਈ ਵਾਰੀ ਹਿਊਮਨ ਐਰਰ ਵੀ ਹੁੰਦਾ ਹੈ ਜਿਹਦੇ ਕਾਰਨ ਇਹ ਇਸ ਤਰ੍ਹਾਂ ਦੇ ਜੇ ਕ੍ਰਿਮੀਨਲ ਬੰਦੇ ਹੈਗਾ ਤਾਂ ਫਾਇਦਾ ਲੈ ਲੈਂਦੇ ਹੈ ਤੇ ਇਸ ਕੇਸ ਦੇ ਵਿੱਚ ਵੀ ਉਹੀ ਚੀਜ਼ ਹੈ ਬਟ ਡੈਫੀਨੇਟਲੀ ਇਸ ਕੇਸ ਤੋਂ ਬਾਅਦ ਜੋ ਵੀ ਚੀਜ਼ ਸਾਹਮਣੇ ਆਊਗੀ ਜੇ ਵੀ ਲੇਕੂਨਾ ਸਾਹਮਣੇ ਆਊਗਾ ਉਹਦੇ ਬਾਰੇ ਅਸੀਂ ADGP ਪ੍ਰਿਜ਼ਨ ਸਾਹਿਬ ਨੂੰ ਡੈਫੀਨੇਟਲੀ ਲਿਖਾਂਗੇ ਤਾਂ ਉਹਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਸਰ ਕਰਾਂਗੇ। ਇੱਕ ਵੀ ਗੱਲ ਕਲੀਅਰ ਕਰ ਦੋ ਕਿ ਜੱਗੂ ਭਗਵਾਨਪੁਰੀ ਦਾ ਗੈਂਗ ਨਾਲ ਵੀ ਸੰਬੰਧ ਦੱਸਿਆ ਜਾ ਰਿਹਾ ਸੀ ਕਾਫੀ ਦਿਨ ਤੋਂ ਸੋਸ਼ਲ ਮੀਡੀਆ ਤੇ ਚਰਚਾ ਵੀ ਹੋ ਰਹੀ ਸੀ ਕਿ ਉਹ ਉਸ ਕੇਸ ਦੇ ਵਿੱਚ ਇਨਵੋਲਵ ਆ ਉਹਨੇ ਆਪਣੀ ਜ਼ਿੰਮੇਵਾਰੀ ਲਈ ਸਰ ਉਹ ਕੀ ਸੀ ਇੱਕ ਰਵੀ ਧਾਲੀਵਾਲ ਨਾਂ ਦੇ ਬੰਦੇ ਨੇ ਫੇਸਬੁੱਕ ਦੇ ਉੱਪਰ ਉਸੇ ਦਿਨ ਇਹਦੀ ਰਿਸਪੌਂਸਿਬਿਲਿਟੀ ਲਈ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਦਾ ਕੰਮ ਹੈਗਾ ਬਟ ਹੁਣ ਤੱਕ ਇਹਦੇ ਬਾਰੇ ਕੋਈ ਸਿੱਧੀ ਗੱਲ ਸਾਹਮਣੇ ਨਹੀਂ ਆਈ ਇੰਨਾ ਜ਼ਰੂਰ ਹੈਗਾ ਕਿ ਪ੍ਰੀਤ ਸੇਖੋ ਹੈ ਉਹਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਕੁਝ ਲੋਕਾਂ ਨਾਲ ਸੰਬੰਧ ਜ਼ਰੂਰ ਨੇ ਬਟ ਉਸ ਤਰ੍ਹਾਂ ਦੀ ਪ੍ਰੈਕਟੀਕਲੀ ਸਾਹਮਣੇ ਕੋਈ ਗੱਲ ਨਹੀਂ ਆਈ ਕਿ ਜੱਗੂ ਭਗਵਾਨਪੁਰੀਆ ਗੈਂਗ ਨੇ ਕੰਮ ਕੀਤਾ ਹੈ ਬਾਕੀ ਜਦੋਂ ਇਹਦੇ ਵਿੱਚ ਹੋਰ ਪੜਤਾਲ ਹੋਊਗੀ ਉਸ ਤੋਂ ਬਾਅਦ ਜੇ ਨਈ ਚੀਜ਼ ਆਊਗੀ ਫਿਰ ਇਹਦੇ ਬਾਰੇ ਕਨਫਰਮ ਕਿਹਾ ਜਾ